BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੋ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਹਰਦੀਪ ਸਿੰਘ ਨਿੱਜਰ ਤੋਂ ਬਾਅਦ ਕੈਨੇਡਾ ਵਿੱਚ ਖਾਲਿਸਤਾਨ ਮੁਹਿੰਮ ਨੂੰ ਸੰਭਾਲਣ ਵਾਲੇ ਕਾਰਕੁਨ ਨੂੰ ਜਾਨਲੇਵਾ ਖਤਰੇ ਦੀ ਚੇਤਾਵਨੀ। 에ਅਰ ਕੈਨੇਡਾ ਪਾਇਲਟ ਕੰਟਰੈਕਟ ਗੱਲਬਾਤ ਦੌਰਾਨ ਫਲੈਕਸੀਬਲ ਟਿਕਟ ਰੀਬੁਕਿੰਗ ਦੀ ਕਰੇਗਾ ਪੇਸ਼ਕਸ਼। 200 ਤੋਂ ਵੱਧ ਸਾਬਕਾ ਰਿਪਬਲਿਕਨ ਸਟਾਫ ਨੇ ਡੋਨਾਲਡ ਟਰੰਪ ਦੇ ਮੁਕਾਬਲੇ ਕਮਲਾ ਹੈਰਿਸ ਦਾ ਕੀਤਾ ਸਮਰਥਨ। ਐਟਲਾਂਟਾ ਵਿੱਚ ਡੈਲਟਾ 에ਅਰਲਾਈਨਸ ਦੀ ਸਹੂਲਤ ਵਿੱਚ ਧਮਾਕੇ, 2 ਮਜ਼ਦੂਰਾਂ ਦੀ ਮੌਤ, 1 ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਸਿੱਖ ਗੁਰਦੁਆਰਾ ਸਾਹਿਬ ਦੇ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਖਾਲਿਸਤਾਨ ਦੀ ਆਜ਼ਾਦੀ ਦੀ ਮੁਹਿੰਮ ਦੀ ਕਮਾਨ ਸੰਭਾਲਣ ਵਾਲੇ ਇੰਦਰਜੀਤ ਸਿੰਘ ਗੋਸਲ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਡਿਊਟੀ ਟੂ ਵਾਰਨ ਨੋਟਿਸ ਜਾਰੀ ਕਰਨ ਲਈ ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਬਾਅਦ ਬਰੈਂਪਟਨ ਓਨਟਾਰੀਓ ਵਿੱਚ ਗੋਸਲ ਦੇ ਘਰ ਦਾ ਦੌਰਾ ਕੀਤਾ। ਕਿਉਂਕਿ ਗੋਸਲ ਘਰ ਨਹੀਂ ਸੀ, ਇੱਕ ਅਧਿਕਾਰੀ ਨੇ ਬਾਅਦ ਵਿੱਚ ਉਸ ਨੂੰ ਫੋਨ ਕਰਕੇ ਕਿਹਾ ਕਿ ਉਸ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਰਿਪੋਰਟ ਕਰਨੀ ਚਾਹੀਦੀ ਹੈ। ਰਿਪੋਰਟ ਮੁਤਾਬਕ 35 ਸਾਲ ਦਾ ਗੋਸਲ ਭਾਰਤ ਦੇ ਸਿੱਖ ਬਹੁ ਗਿਣਤੀ ਵਾਲੇ ਰਾਜ ਪੰਜਾਬ ਦੀ ਆਜ਼ਾਦੀ ਲਈ ਕੈਨੇਡਾ ਵਿਆਪੀ ਜਨਮਤ ਸੰਗ੍ਰਹਿ ਦੀ ਅਗਵਾਈ ਕਰ ਰਿਹਾ ਹੈ, ਜਿੱਥੇ ਪਿਛਲੇ ਸਾਲ ਸਰੀ BC ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਉਸਨੇ ਇਹ ਭੂਮਿਕਾ ਨਿਭਾਈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਨਿੱਜਰ ਦੇ ਕਤਲ ਨੂੰ ਭਾਰਤ ਸਰਕਾਰ ਨਾਲ ਜੋੜਿਆ ਸੀ, ਜੋ ਖਾਲਿਸਤਾਨ ਲਹਿਰ ਦਾ ਵਿਰੋਧ ਕਰਦੀ ਹੈ ਅਤੇ ਨਿੱਜਰ ਨੂੰ ਅੱਤਵਾਦੀ ਕਰਾਰ ਦਿੰਦੀ ਹੈ। ਇੰਦਰਜੀਤ ਗੋਸਲ ਦਾ ਮੰਨਣਾ ਹੈ ਕਿ ਰਾਇਸ਼ੁਮਾਰੀ ਲਈ ਉਸਦੇ ਜਥੇਬੰਦਕ ਯਤਨਾਂ ਕਾਰਨ ਉਸਦੀ ਜਾਨ ਨੂੰ ਖਤਰੇ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਅੰਤਰਰਾਸ਼ਟਰੀ ਦਮਨ ਅਤੇ ਕਤਲ ਦੀਆਂ ਸਾਜ਼ਿਸ਼ਾਂ ਰਾਹੀਂ ਖਾਲਿਸਤਾਨ ਪੱਖੀ ਆਵਾਜ਼ਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਇਲਾਵਾ FBI ਉੱਤਰੀ ਕੈਲੀਫੋਰਨੀਆ ਵਿੱਚ ਇੱਕ ਤਾਜ਼ਾ ਘਟਨਾ ਦੀ ਜਾਂਚ ਕਰ ਰਹੀ ਹੈ, ਜਿੱਥੇ US ਖਾਲਿਸਤਾਨ ਰਾਇਸ਼ੁਮਾਰੀ ਦੇ ਆਯੋਜਕ ਸਤਿੰਦਰਪਾਲ ਸਿੰਘ ਰਾਜੂ ਦੇ ਵਾਹਨ ਤੇ ਗੋਲੀਆਂ ਚਲਾਈਆਂ ਗਈਆਂ ਸਨ। ਦੱਸਿਆ ਕਿ ਨਾ ਤਾਂ OPP ਅਤੇ ਨਾ ਹੀ RCMP ਨੇ ਇੰਦਰਜੀਤ ਨੂੰ ਮਿਲਣ ਵਾਲੀਆਂ ਧਮਕੀਆਂ ਦੀ ਸਥਿਤੀ ਤੇ ਟਿੱਪਣੀ ਕੀਤੀ ਹੈ, ਪਰ RCMP ਨੇ ਹਾਲ ਹੀ ਦੇ ਸਾਲਾਂ ਵਿੱਚ ਖਾਲਿਸਤਾਨ ਪੱਖੀ ਕਾਰਕੁਨਾਂ ਨੂੰ ਕਈ ਡਿਊਟੀ ਟੂ ਵਾਰਨ ਨੋਟਿਸ ਜਾਰੀ ਕੀਤੇ ਹਨ। 에ਅਰ ਕੈਨੇਡਾ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ 21 ਦਿਨਾਂ ਦੀ ਕੂਲਿੰਗ ਆਫ ਮਿਆਦ ਦੇ ਅੰਤ ਤੇ ਸੰਭਾਵਿਤ ਪਾਇਲਟਸ ਦੀ ਹੜਤਾਲ ਤੇ ਅਨਿਸ਼ਚਿਤਤਾ ਦੇ ਕਾਰਨ ਟਿਕਟਾਂ ਲਈ ਫਲੈਕਸੀਬਲ ਰੀਬੁਕਿੰਗ ਪ੍ਰਦਾਨ ਕਰੇਗਾ। ਦੱਸਿਆ ਕਿ ਨੀਤੀ 17 ਸਤੰਬਰ ਨੂੰ ਖਤਮ ਹੋਣ ਵਾਲੇ ਕੂਲਿੰਗ ਆਫ ਪੀਰੀਅਡ ਤੋਂ ਠੀਕ ਪਹਿਲਾਂ ਅਤੇ ਬਾਅਦ ਵਿੱਚ ਨਿਰਧਾਰਤ ਉਡਾਨਾਂ ਤੇ ਲਾਗੂ ਹੋਵੇਗੀ। ਜ਼ਿਕਰਯੋਗ ਹੈ ਕਿ ਇਹ ਕਦਮ 에ਅਰਲਾਈਨ ਪਾਇਲਟ ਐਸੋਸੀਏਸ਼ਨ ALPA, ਜੋ ਕਿ 에ਅਰ ਕੈਨੇਡਾ ਦੇ 5000 ਤੋਂ ਵੱਧ ਪਾਇਲਟਸ ਦੀ ਨੁਮਾਇੰਦਗੀ ਕਰਦੀ ਹੈ, ਨਾਲ ਇਕਰਾਰਨਾਮੇ ਦੀ ਗੱਲਬਾਤ ਵਿੱਚ ਫੈਡਰਲ ਸਮਝੌਤੇ ਤੋਂ ਬਾਅਦ ਕੀਤਾ ਗਿਆ ਹੈ, ਜਿਸ ਵਿੱਚ ਪਿਛਲੇ ਹਫ਼ਤੇ 98% ਪਾਇਲਟਸ ਨੇ ਹੜਤਾਲ ਨੂੰ ਅਧਿਕਾਰਤ ਕਰਨ ਲਈ ਵੋਟ ਦਿੱਤੀ ਸੀ। ਵਿਕਮਾਇਕੋਂਗ ਫਸਟ ਨੇਸ਼ਨ ਦੇ 2 ਵਿਅਕਤੀਆਂ ਤੇ ਮਈ ਵਿੱਚ ਇੱਕ ਨਵਜੰਮੇ ਬੱਚੇ ਦੀ ਮੌਤ ਦੇ ਸੰਬੰਧ ਵਿੱਚ ਦੋਸ਼ ਲਗਾਇਆ ਗਿਆ। ਜਾਣਕਾਰੀ ਮੁਤਾਬਕ ਵਿਕਮਾਇਕੋਂਗ ਕਬਾਇਲੀ ਪੁਲਿਸ ਸੇਵਾ ਨੇ 8 ਮਈ ਨੂੰ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ, ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ, ਜਿਸ ਤੋਂ ਬਾਅਦ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਮੈਨੀਟੋਲਿਨ OPP ਡਿਟੈਚਮੈਂਟ ਦੇ ਸਮਰਥਨ ਨਾਲ 15 ਮਈ ਨੂੰ ਜਾਂਚ ਵਿੱਚ ਸ਼ਾਮਲ ਹੋਈ ਅਤੇ 16 ਮਈ ਨੂੰ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਸ ਮਾਮਲੇ ਦੇ 2 ਮੁਲਜ਼ਮਾਂ ਵਿੱਚ ਇੱਕ 33 ਸਾਲਾ ਔਰਤ ਅਤੇ ਇੱਕ 34 ਸਾਲਾ ਵਿਅਕਤੀ ਸ਼ਾਮਲ ਹੈ। ਦੋਵਾਂ ਤੇ ਕਤਲ, ਅਪਰਾਧਿਕ ਲਾਪਰਵਾਹੀ ਜਿਸ ਨਾਲ ਮੌਤ ਹੋ ਜਾਂਦੀ ਹੈ ਅਤੇ ਜੀਵਨ ਦੀਆਂ ਲੋੜਾਂ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਦੇ ਦੋਸ਼ ਲੱਗੇ ਹਨ। ਜਾਣਕਾਰੀ ਮੁਤਾਬਕ ਮੁਲਜ਼ਮਾਂ ਵਿੱਚੋਂ ਇੱਕ ਨੂੰ ਹਿਰਾਸਤ ਵਿੱਚੋਂ ਰਿਹਾ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ 3 ਸਤੰਬਰ ਨੂੰ ਵਿਕਮਾਇਕੋਂਗ ਵਿੱਚ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਅਤੇ ਦੂਜੇ ਮੁਲਜ਼ਮ ਨੂੰ ਫਿਲਹਾਲ ਹਿਰਾਸਤ ਵਿੱਚ ਹੀ ਰੱਖਿਆ ਗਿਆ ਹੈ। ਜਿਵੇਂ ਕਿ ਚੋਣਾਂ ਵਿੱਚ ਲਿਬਰਲਸ ਦੇ ਪਛੜਨ ਦੇ ਨਾਲ ਗਿਰਾਵਟ ਨੇੜੇ ਆ ਰਹੀ ਹੈ, ਸਰਕਾਰੀ ਹਾਊਸ ਲੀਡਰ ਕਰੀਨਾ ਗੋ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਲਿਬਰਲ ਕਾਕਸ ਨੂੰ ਭਵਿੱਖ ਲਈ ਇੱਕ ਸਪਸ਼ਟ ਦ੍ਰਿਸ਼ਟੀਕੋਣ ਪੇਸ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਹਾਲੀਆ ਨੈਲੋਸ ਟ੍ਰੈਕਿੰਗ ਦਿਖਾਉਂਦੀ ਹੈ ਕਿ ਕੰਜ਼ਰਵੇਟਿਵ 15 ਅੰਕਾਂ ਨਾਲ ਅੱਗੇ ਚੱਲ ਰਹੇ ਹਨ। ਵਧੇਰੇ ਕੈਨੇਡੀਅਨ ਪ੍ਰਧਾਨ ਮੰਤਰੀ ਵਜੋਂ ਕੰਜ਼ਰਵੇਟਿਵ ਆਗੂ ਪੀਅਰ ਪੋਇਲੀਏਵ ਦਾ ਪੱਖ ਪੂਰ ਰਹੇ ਹਨ। ਗੋ ਨੇ ਨੋਟ ਕੀਤਾ ਕਿ ਵੋਟਰ ਕੰਜ਼ਰਵੇਟਿਵ ਸਰਕਾਰ ਦੇ ਅਧੀਨ ਲਿਬਰਲ ਸ਼ੁਰੂਆਤ, ਸਮਾਜਿਕ ਸਹਾਇਤਾ ਜਿਵੇਂ ਚਾਈਲਡ ਕੇਅਰ ਅਤੇ ਡੈਂਟਲ ਕੇਅਰ ਵਿੱਚ ਸੰਭਾਵਿਤ ਤਬਦੀਲੀਆਂ ਬਾਰੇ ਚਿੰਤਤ ਹਨ। ਵੋਟਰਾਂ ਦੀ ਤਬਦੀਲੀ ਦੀ ਇੱਛਾ ਨੂੰ ਸੰਬੋਧਿਤ ਕਰਨ ਲਈ ਉਹ ਰਹਿਣ ਸਹਿਣ ਦੀ ਲਾਗਤ ਨਾਲ ਨਜਿੱਠਣ ਅਤੇ ਉਹਨਾਂ ਦੀਆਂ ਨੀਤੀਆਂ ਦੇ ਸੰਚਾਰ ਨੂੰ ਬਿਹਤਰ ਬਣਾਉਣ ਲਈ ਨਵੇਂ ਉਪਾਵਾਂ ਤੇ ਧਿਆਨ ਕੇਂਦਰਿਤ ਕਰਨ ਦਾ ਸੁਝਾਅ ਦੇ ਰਹੀ ਹੈ। ਕਾਬਿਲੇ ਗੌਰ ਹੈ ਕਿ ਟਰੂਡੋ ਸਤੰਬਰ ਦੇ ਅੱਧ ਵਿੱਚ ਸੰਸਦ ਦੀ ਵਾਪਸੀ ਤੋਂ ਪਹਿਲਾਂ ਨੀਤੀ ਅਤੇ ਰਾਜਨੀਤਿਕ ਰਣਨੀਤੀਆਂ ਨੂੰ ਵਿਕਸਿਤ ਕਰਨ ਲਈ ਆਪਣੇ ਮੰਤਰੀਆਂ ਨਾਲ ਮੀਟਿੰਗਸ ਕਰ ਰਹੇ ਹਨ। ਅਗਲੇ ਹਫ਼ਤੇ ਉਹ ਕੈਨੇਡੀਅਨਸ ਦੇ ਫੀਡਬੈਕ ਦੇ ਆਧਾਰ ਤੇ ਉਹਨਾਂ ਦੀ ਪਹੁੰਚ ਬਾਰੇ ਹੋਰ ਵਿਚਾਰ ਵਟਾਂਦਰਾ ਕਰਨ ਲਈ ਨਨਾਇਮੋ BC ਵਿੱਚ ਆਪਣੇ ਸਮੁੱਚੇ ਕਾਕਸ ਨਾਲ ਮੁਲਾਕਾਤ ਕਰਨਗੇ ਅਤੇ ਲਿਬਰਲ NDP ਸਮਝੌਤਾ, ਜਿਸ ਦਾ ਉਦੇਸ਼ ਮੌਜੂਦਾ ਸੰਸਦ ਦੇ ਅੰਤ ਤੱਕ ਟਰੂਡੋ ਸਰਕਾਰ ਨੂੰ ਸੱਤਾ ਵਿੱਚ ਰੱਖਣਾ ਹੈ, ਨੇ ਕਈ ਪ੍ਰਗਤੀਸ਼ੀਲ ਨੀਤੀਆਂ ਨੂੰ ਲਾਗੂ ਕਰਨ ਦੀ ਅਗਵਾਈ ਕੀਤੀ ਹੈ, ਜਿਸ ਵਿੱਚ ਕਈ ਐਂਟੀ ਸਕੈਬ ਕਾਨੂੰਨ ਅਤੇ ਰਾਸ਼ਟਰੀ ਫਾਰਮਾ ਕੇਅਰ ਦਾ ਪਹਿਲਾ ਪੜਾਅ ਸ਼ਾਮਲ ਹੈ।
ਹੈਲਥ ਕੈਨੇਡਾ ਨੇ ਰਿਪੋਰਟ ਕੀਤੀ ਕਿ ਗੁਣਵੱਤਾ ਦੇ ਮੁੱਦੇ ਦੇ ਕਾਰਨ ਕੈਨੇਡਾ ਵਿੱਚ ਕਈ ਕੰਟੈਕਟ ਲੈਂਸ ਟਾਈਪਸ ਨੂੰ ਵਾਪਸ ਬੁਲਾ ਲਿਆ ਗਿਆ ਹੈ। ਰਿਕਾਲ ਟੋਟਲ 1 ਅਤੇ ਟੋਟਲ 30 ਲੈਂਸਸ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਹਨਾਂ ਦੇ ਨਿਰਮਾਣ ਵਿੱਚ ਵਰਤੇ ਜਾਂਦੇ ਇੱਕ ਥਰਡ ਪਾਰਟੀ ਸੋਲਵੈਂਟ ਨਾਲ ਇੱਕ ਮੁੱਦਾ ਸ਼ਾਮਲ ਹੈ। ਇਸ ਸੋਲਵੈਂਟ ਤੋਂ ਇੱਕ ਪਦਾਰਥ ਤਿਆਰ ਲੈਂਸਾਂ ਵਿੱਚ ਪਾਇਆ ਗਿਆ ਸੀ। ਇਸ ਰਿਕਾਲ ਵਿੱਚ ਵੱਖ-ਵੱਖ ਮਾਡਲ ਸ਼ਾਮਲ ਹਨ, ਜਿਵੇਂ ਕਿ ਡੇਲੀਸ ਟੋਟਲ 1 ਡੇ ਕੰਟੈਕਟ ਲੈਂਸਸ ਫॉर ਐਸਟਿਗਮੈਟਿਜ਼ਮ, ਸੌਫਟ ਕੰਟੈਕਟ ਲੈਂਸਸ ਡੈਲਫਲਕॉन ਏ ਮਲਟੀਫੋਕਲ ਅਤੇ ਟੋਟਲ 30 ਸੌਫਟ ਕੰਟੈਕਟ ਲੈਂਸ। ਰਿਕਾਲ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਇਹ ਲੈਂਸ ਆਪਣੀ ਪੂਰੀ ਸ਼ੈਲਫ ਲਾਈਫ ਲਈ ਐਲਕਨ ਦੇ ਪ੍ਰਦਰਸ਼ਨ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ। ਇਸ ਮੁੱਦੇ ਦੀ ਪਛਾਣ ਟੈਕਸਸ ਸਥਿਤ ਐਲਕਨ ਲੈਬੋਰੇਟਰੀਜ਼ ਦੁਆਰਾ ਕੀਤੀ ਗਈ ਸੀ। ਲੰਡਨ ਡਰੱਗਸ ਦੇ ਇੱਕ 34 ਸਾਲਾ ਕਰਮਚਾਰੀ ਕਾਰਲਸ ਸੈਂਟੋਸ ਨੂੰ 5 ਸਾਲਾਂ ਵਿੱਚ ਕੰਪਨੀ ਦੇ ਰਿਚਮੰਡ BC ਡਿਸਟ੍ਰੀਬਿਊਸ਼ਨ ਸੈਂਟਰ ਤੋਂ ਲਗਭਗ 2 ਮਿਲੀਅਨ ਦਾ ਮਾਲ ਚੋਰੀ ਕਰਨ ਲਈ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸੇ ਕਿ ਸੈਂਟੋਸ ਨੂੰ ਲੈਪਟਾਪ ਅਤੇ ਹੋਰ ਉੱਚ ਮੁੱਲ ਵਾਲੇ ਇਲੈਕਟ੍ਰੋਨਿਕਸ ਚੋਰੀ ਕਰਨ ਅਤੇ ਉਹਨਾਂ ਨੂੰ ਆਨਲਾਈਨ ਦੁਬਾਰਾ ਵੇਚਣ ਦਾ ਦੋਸ਼ੀ ਮੰਨਿਆ ਗਿਆ ਹੈ। ਚੋਰੀਆਂ ਜੋ ਫਰਵਰੀ 2017 ਵਿੱਚ ਸ਼ੁਰੂ ਹੋਈਆਂ ਅਤੇ ਜਨਵਰੀ 2022 ਵਿੱਚ ਸੈਂਟੋਸ ਦੇ ਫੜੇ ਜਾਣ ਤੱਕ ਜਾਰੀ ਰਹੀਆਂ ਨੇ ਉਸ ਨੂੰ ਅੰਦਾਜ਼ਨ $7,50,000 ਤੋਂ $1 ਮਿਲੀਅਨ ਤੱਕ ਦਾ ਮੁਨਾਫਾ ਕਮਾਇਆ। ਮਾਮਲੇ ਦੀ ਸੁਣਵਾਈ ਦੌਰਾਨ ਜੱਜ ਨੈਂਸੀ ਫਿਲਿਪਸ ਨੇ ਚੋਰੀਆਂ ਨੂੰ ਅਨੁਕੂਲਿਤ ਦੱਸਿਆ। ਸੈਂਟੋਸ ਦੀ ਆਪਣੀ ਕਮੀਜ਼ ਦੇ ਹੇਠਾਂ ਲੈਪਟਾਪਾਂ ਨੂੰ ਲੁਕਾਉਣ ਅਤੇ ਆਪਣੀ ਸ਼ਿਫਟ ਦੇ ਅੰਤ ਵਿੱਚ ਉਹਨਾਂ ਨੂੰ ਆਪਣੇ ਬੈਕਪੈਕ ਵਿੱਚ ਬਾਹਰ ਕੱਢਣ ਦੇ ਢੰਗ ਨੂੰ ਨੋਟ ਕੀਤਾ। ਸੈਂਟੋਸ ਦੀ ਸਕੀਮ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਇੱਕ ਸੁਪਰਵਾਈਜ਼ਰ ਨੇ ਉਸ ਨੂੰ ਆਪਣੀ ਕਮੀਜ਼ ਦੇ ਹੇਠਾਂ ਇੱਕ ਲੈਪਟਾਪ ਲੁਕਾ ਕੇ ਲਿਜਾਂਦੇ ਦੇਖਿਆ, ਜਿਸ ਨਾਲ ਇੱਕ ਨਿਗਰਾਨੀ ਕਾਰਵਾਈ ਸ਼ੁਰੂ ਹੋ ਗਈ। ਸੈਂਟੋਸ ਨੇ ਇਸ ਨਿਗਰਾਨੀ ਦੌਰਾਨ ਲਗਭਗ $1 ਲੱਖ ਦੀਆਂ ਵਸਤੂਆਂ ਚੋਰੀ ਕੀਤੀਆਂ ਸਨ। ਫੜੇ ਜਾਣ ਤੋਂ ਬਾਅਦ ਉਸਨੇ ਪੁਲਿਸ ਅਤੇ ਜਾਂਚਕਰਤਾਵਾਂ ਨਾਲ ਸਹਿਯੋਗ ਕੀਤਾ, ਆਪਣੀਆਂ ਚੋਰੀਆਂ ਦਾ ਵਿਸਤ੍ਰਿਤ ਵੇਰਵਾ ਪ੍ਰਦਾਨ ਕੀਤਾ ਅਤੇ 13 ਜੋ ਵਿਕ ਨਹੀਂ ਸਕੀਆਂ ਉਹਨਾਂ ਚੋਰੀ ਕੀਤੀਆਂ ਵਸਤੂਆਂ ਨੂੰ ਵਾਪਸ ਕੀਤਾ। ਉਸ ਦੀ ਜੇਲ੍ਹ ਦੀ ਸਜ਼ਾ ਤੋਂ ਇਲਾਵਾ ਸੈਂਟੋਸ ਨੂੰ ਲੰਡਨ ਡਰੱਗਸ ਨੂੰ ਮੁਆਵਜ਼ੇ ਵਜੋਂ $7,50,000 ਦਾ ਭੁਗਤਾਨ ਕਰਨ ਅਤੇ ਅਦਾਲਤ ਵਿੱਚ DNA ਨਮੂਨਾ ਜਮ੍ਹਾਂ ਕਰਨ ਦਾ ਹੁਕਮ ਦਿੱਤਾ ਗਿਆ ਹੈ। ਬੀਤੇ ਦਿਨ ਐਟਲਾਂਟਾ ਦੇ ਹਾਰਟਸਫੀਲਡ ਜੈਕਸਨ ਇੰਟਰਨੈਸ਼ਨਲ 에ਅਰਪੋਰਟ ਦੇ ਨੇੜੇ ਡੈਲਟਾ 에ਅਰਲਾਈਨਸ ਦੇ ਰੱਖ-ਰਖਾਅ ਦੀ ਸਹੂਲਤ ਵਿੱਚ ਇੱਕ ਧਮਾਕੇ ਵਿੱਚ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਹ ਘਟਨਾ ਡੈਲਟਾ ਟੈਕਓਪਸ ਦੀ ਵੀਲ ਅਤੇ ਬ੍ਰੇਕ ਦੀ ਦੁਕਾਨ ਤੇ ਵਾਪਰੀ। ਰਿਪੋਰਟਾਂ ਦੱਸਦੀਆਂ ਹਨ ਕਿ ਧਮਾਕਾ ਜਹਾਜ਼ ਦੇ ਟਾਇਰ ਕਾਰਨ ਹੋਇਆ ਸੀ। ਹਾਲਾਂਕਿ ਡੈਲਟਾ ਅਜੇ ਵੀ ਸਹੀ ਕਾਰਨ ਦਾ ਪਤਾ ਲਗਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ। ਇਸ ਘਟਨਾ ਦੇ ਵਾਪਰਨ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਨੇ ਜਵਾਬ ਦਿੱਤਾ, ਪਰ ਹਵਾਈ ਅੱਡੇ ਤੇ ਉਡਾਨਾਂ ਪ੍ਰਭਾਵਿਤ ਨਹੀਂ ਹੋਈਆਂ। ਖਬਰਾਂ ਮੁਤਾਬਕ US ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਡੈਲਟਾ ਦੇ ਸੰਪਰਕ ਵਿੱਚ ਹੈ, ਜਦੋਂ ਕਿ ਕਿੱਤਾ ਮੁਖੀ ਸੁਰੱਖਿਆ ਅਤੇ ਸਿਹਤ ਪ੍ਰਸ਼ਾਸਨ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸੇ ਕਿ ਡੈਲਟਾ ਟੈਕਓਪਸ ਰੱਖ-ਰਖਾਅ ਵਿਭਾਗ ਜਿੱਥੇ ਧਮਾਕਾ ਹੋਇਆ ਸੀ ਡੈਲਟਾ ਅਤੇ ਹੋਰ ਹਵਾਬਾਜ਼ੀ ਗਾਹਕਾਂ ਲਈ ਸੇਵਾਵਾਂ ਪ੍ਰਦਾਨ ਕਰਦਾ ਹੈ। ਡੈਲਟਾ ਦੇ ਕਾਰਜਕਾਰੀ ਉਪ ਪ੍ਰਧਾਨ ਜੌਨ ਲਾਫਟਰ ਨੇ ਕਰਮਚਾਰੀਆਂ ਲਈ ਕਾਉਂਸਲਿੰਗ ਦਾ ਵਾਅਦਾ ਕੀਤਾ ਅਤੇ ਐਟਲਾਂਟਾ ਦੇ ਮੇਅਰ ਆਂਡੀ ਡਿਕਨਸ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉੱਥੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਮਸ਼ੀਨਿਸਟ ਐਂਡ ਐਰੋਸਪੇਸ ਵਰਕਰਸ ਨੇ ਇਸ ਹਾਦਸੇ ਦੀ ਪੂਰੀ ਜਾਂਚ ਦੀ ਮੰਗ ਕੀਤੀ ਹੈ। ਅਮਰੀਕਾ ਦੀ ਪਿਛਲੇ ਰਿਪਬਲਿਕਨ ਰਾਸ਼ਟਰਪਤੀ ਮੁਹਿੰਮਾਂ ਦੇ 200 ਤੋਂ ਵੱਧ ਸਾਬਕਾ ਸਟਾਫ ਨੇ ਵਾਈਟ ਹਾਊਸ ਲਈ ਡੈਮੋਕ੍ਰੇਟ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ। ਇਹ ਚਿੰਤਾ ਜ਼ਾਹਰ ਕਰਦੇ ਹੋਏ ਕਿ GOP ਨਾਮਜ਼ਦ ਡੋਨਾਲਡ ਟਰੰਪ ਲਈ ਦੂਜਾ ਕਾਰਜਕਾਲ ਸਿਰਫ ਅਸਥਿਰ ਅਤੇ ਰੋਜ਼ਾਨਾ ਲੋਕਾਂ ਲਈ ਨੁਕਸਾਨਦੇਹ ਹੈ। USA ਟੁਡੇ ਦੁਆਰਾ ਰਿਪੋਰਟ ਕੀਤੇ ਗਏ ਖੁੱਲੇ ਪੱਤਰ ਵਿੱਚ 238 ਹਸਤਾਖਰ ਕਰਨ ਵਾਲੇ ਸ਼ਾਮਲ ਹਨ, ਜਿਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜਾਰਜ H.W. ਬੁਸ਼ ਅਤੇ ਜਾਰਜ W. ਬੁਸ਼ ਅਤੇ ਨਾਲ ਹੀ ਸੈਨੇਟਰ ਜੌਨ ਮਕੇਨ ਅਤੇ ਸੈਨੇਟਰ ਮਿਟ ਰੋਮਨੀ ਲਈ ਕੰਮ ਕੀਤਾ ਹੈ। ਉਹ ਮੱਧਮ ਰਿਪਬਲਿਕਨ ਅਤੇ ਰੂੜੀਵਾਦੀ ਆਜ਼ਾਦ ਉਮੀਦਵਾਰਾਂ ਨੂੰ ਟਰੰਪ ਅਤੇ ਉਸਦੇ ਉਪ ਰਾਸ਼ਟਰਪਤੀ ਚੁਣੇ ਗਏ JD ਵਾਂਸ ਦੇ ਮੁਕਾਬਲੇ ਹੈਰਿਸ ਅਤੇ ਉਸਦੇ ਚੱਲ ਰਹੇ ਸਾਥੀ ਮਿਨੇਸੋਟਾ ਦੇ ਗਵਰਨਰ ਟਿਮ ਵੋਲਸ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹਨ। ਜ਼ਿਕਰਯੋਗ ਹੈ ਕਿ ਹਸਤਾਖਰ ਕਰਨ ਵਾਲਿਆਂ ਵਿੱਚ ਲਿੰਕਨ ਪ੍ਰੋਜੈਕਟ ਦੇ ਸਹਿ ਸੰਸਥਾਪਕ ਰੀਡ ਗੈਲਨ ਅਤੇ ਟਰੰਪ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੀ ਸਾਬਕਾ ਹੋਮਲੈਂਡ ਸੁਰੱਖਿਆ ਸਲਾਹਕਾਰ ਓਲੀਵੀਆ ਟੋਏ ਸ਼ਾਮਲ ਹਨ। ਇਹ ਪੱਤਰ ਚੀਫ ਆਫ ਸਟਾਫ ਤੋਂ ਇੰਟਰਨ ਤੱਕ ਦੀਆਂ ਭੂਮਿਕਾਵਾਂ ਦੇ ਇੱਕ ਵਿਆਪਕ ਸਪੈਕਟਰਮ ਨੂੰ ਦਰਸਾਉਂਦਾ ਹੈ। ਇਸ ਦੌਰਾਨ ਟਰੰਪ ਦੀ ਮੁਹਿੰਮ ਦੇ ਬੁਲਾਰੇ ਸਟੀਵਨ ਚੰਗ ਨੇ ਪੱਤਰ ਨੂੰ ਹਾਸੋਹੀਣਾ ਕਰਾਰ ਦਿੱਤਾ ਅਤੇ ਹਸਤਾਖਰ ਕਰਨ ਵਾਲਿਆਂ ਦੀ ਪ੍ਰਮੁੱਖਤਾ ਤੇ ਸਵਾਲ ਉਠਾਏ। ਇਹਨਾਂ ਵਿੱਚੋਂ ਬਹੁਤ ਸਾਰੇ ਵਿਅਕਤੀਆਂ ਨੇ 2020 ਵਿੱਚ ਬਾਈਡਨ ਦਾ ਸਮਰਥਨ ਵੀ ਕੀਤਾ ਸੀ। ਜਿਵੇਂ ਕਿ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ, ਟਰੰਪ ਅਤੇ ਹੈਰਿਸ ਦੋਵੇਂ ਸਿਆਸੀ ਸਪੈਕਟਰਮ ਤੋਂ ਸਮਰਥਨ ਦੀ ਮੰਗ ਕਰ ਰਹੇ ਹਨ। ਹੈਰਿਸ ਲਈ ਹਾਲੀਆ ਸਮਰਥਨਾਂ ਵਿੱਚ ਮੈਸਾ ਐਰੀਜ਼ੋਨਾ ਮੇਅਰ ਜੌਨ ਚਾਇਲਸ, ਸਾਬਕਾ ਰਿਪਰੈਜ਼ੈਂਟੇਟਿਵ ਐਡਮ ਕਿੰਜਿੰਗਰ ਅਤੇ ਟਰੰਪ ਦੀ ਸਾਬਕਾ ਪ੍ਰੈਸ ਸਕੱਤਰ ਸਟੈਫਨੀ ਗ੍ਰਿਸ਼ਮ ਵਰਗੇ ਰਿਪਬਲਿਕਨ ਸ਼ਾਮਲ ਹਨ। ਇਸ ਦੇ ਉਲਟ ਰੋਬਰਟ F. ਕੈਨੇਡੀ ਜੂਨੀਅਰ ਅਤੇ ਸਾਬਕਾ ਰਿਪਰੈਜ਼ੈਂਟੇਟਿਵ ਤੁਲਸੀ ਗਬਾਰਡ, ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੀਆਂ ਸੁਤੰਤਰ ਬੋਲੀਆਂ ਨੂੰ ਮੁਅੱਤਲ ਕਰ ਦਿੱਤਾ ਹੈ, ਨੇ ਟਰੰਪ ਦਾ ਸਮਰਥਨ ਕੀਤਾ ਹੈ। ਕੈਨੇਡੀ ਅਤੇ ਗਬਾਰਡ ਟਰੰਪ ਵੈਸ ਪਰਿਵਰਤਨ ਟੀਮ ਵਿੱਚ ਸ਼ਾਮਲ ਹੋਏ ਹਨ। ਈਰਾਨ ਦੇ ਸਰਵਉੱਚ ਲੀਡਰ ਅਯਾਤੋਲਾ ਅਲੀ ਖਮੇਨਈ ਨੇ
ਵਾਸ਼ਿੰਗਟਨ ਪ੍ਰਤੀ ਅਵਿਸ਼ਵਾਸ ਜ਼ਾਹਰ ਕਰਨ ਦੇ ਬਾਵਜੂਦ ਈਰਾਨ ਦੇ ਪਰਮਾਣੂ ਪ੍ਰੋਗਰਾਮ ਤੇ ਸੰਯੁਕਤ ਰਾਜ ਅਮਰੀਕਾ ਨਾਲ ਗੱਲਬਾਤ ਕਰਨ ਦੀ ਸੰਭਾਵਿਤ ਇੱਛਾ ਦਾ ਸੰਕੇਤ ਦਿੱਤਾ ਹੈ। ਬੀਤੇ ਦਿਨ ਕੀਤੀਆਂ ਗਈਆਂ ਉਹਨਾਂ ਦੀਆਂ ਟਿੱਪਣੀਆਂ 2015 ਦੇ ਪਰਮਾਣੂ ਸਮਝੌਤੇ ਦੇ ਆਲੇ-ਦੁਆਲੇ ਤੇ ਰੁਖ ਨੂੰ ਦਰਸਾਉਂਦੇ ਹੋਏ ਕਿਸੇ ਵੀ ਗੱਲਬਾਤ ਲਈ ਲਾਲ ਲਾਈਨਾਂ ਤੈਅ ਕਰਦੀਆਂ ਹਨ, ਜਿਸ ਨੇ ਪਾਬੰਦੀਆਂ ਤੋਂ ਰਾਹਤ ਦੇ ਬਦਲੇ ਈਰਾਨ ਦੀਆਂ ਪਰਮਾਣੂ ਗਤੀਵਿਧੀਆਂ ਨੂੰ ਮਹੱਤਵਪੂਰਨ ਤੌਰ ਤੇ ਘਟਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇਹ ਟਿੱਪਣੀ ਵਧੇ ਹੋਏ ਖੇਤਰੀ ਤਣਾਅ ਅਤੇ ਅਮਰੀਕਾ ਦੇ ਰਾਸ਼ਟਰਪਤੀ ਚੋਣ ਦੀ ਤਿਆਰੀ ਦੇ ਦੌਰਾਨ ਆਈ ਹੈ। ਖਮੇਨਈ ਦਾ ਬਿਆਨ ਓਮਾਨ ਅਤੇ ਕਤਰ ਦੁਆਰਾ ਵਿਚੋਲਗੀ ਕੀਤੀ ਗਈ ਹਾਲੀਆ ਅਸਿੱਧੇ ਗੱਲਬਾਤ ਤੋਂ ਬਾਅਦ ਆਇਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਗੱਲ ਤੇ ਜ਼ੋਰ ਦੇ ਕੇ ਜਵਾਬ ਦਿੱਤਾ ਹੈ ਕਿ ਉਹ ਸ਼ਬਦਾਂ ਦੀ ਬਜਾਏ ਕਾਰਵਾਈਆਂ ਦੇ ਆਧਾਰ ਤੇ ਈਰਾਨ ਦੇ ਇਰਾਦਿਆਂ ਦਾ ਮੁਲਾਂਕਣ ਕਰਨਗੇ। ਜਿਵੇਂ ਕਿ 2015 ਦੇ ਸਮਝੌਤੇ ਦੇ ਟੁੱਟਣ ਤੋਂ ਬਾਅਦ ਈਰਾਨ ਦੀਆਂ ਪਰਮਾਣੂ ਗਤੀਵਿਧੀਆਂ ਦਾ ਵਿਸਥਾਰ ਹੋਇਆ ਹੈ ਅਤੇ ਇਜ਼ਰਾਈਲ ਨਾਲ ਵੱਧ ਰਹੇ ਤਣਾਅ ਦੇ ਨਾਲ ਨਵੇਂ ਸਿਰੇ ਤੋਂ ਗੱਲਬਾਤ ਦੀ ਸੰਭਾਵਨਾ ਅਨਿਸ਼ਚਿਤ ਹੈ। ਈਰਾਨ ਦੇ ਨਵੇਂ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ, ਜਿਸ ਨੇ ਪੱਛਮ ਨਾਲ ਜੁੜਨ ਦੇ ਵਾਅਦੇ ਤੇ ਪ੍ਰਚਾਰ ਕੀਤਾ, ਸ਼ਾਇਦ ਖਮੇਨਈ ਦੀਆਂ ਟਿੱਪਣੀਆਂ ਨੂੰ ਗੱਲਬਾਤ ਨੂੰ ਅੱਗੇ ਵਧਾਉਣ ਲਈ ਰਾਜਨੀਤਿਕ ਕਵਰ ਦੇ ਤੌਰ ਤੇ ਵਰਤ ਸਕਦੇ ਹਨ, ਜੋ ਖਾਸ ਤੌਰ ਤੇ ਆਉਣ ਵਾਲੀਆਂ US ਚੋਣਾਂ ਦੇ ਨਾਲ ਹੋਰ ਜਟਿਲਤਾ ਜੋੜਦੀ ਹੈ। ਬੁਲਟਨ ਦੇ ਵਿੱਚ ਅੱਜ ਲਈ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV ਬ੍ਰਾਡਕਾਸਟਿੰਗ। ਬੀ ਪੋਜ਼ਿਟਿਵ, ਬੀ ਯੋਰਸੈਲਫ।